ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਅੰਤਰਜਾਮੀ ਜਾਣੀ ਜਾਣ ਹਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਦੇ ਹਨ। ਅਸੀਸਾਂ ਬਰਕਤਾਂ ਬਖਸ਼ਿਸ਼ਾਂ ਸਭ ਦੀ ਝੋਲੀ ਵਿੱਚ ਪਾਉਂਦੇ ਹਨ। ਸਰਦਾਰ ਅਵਤਾਰ ਸਿੰਘ ਜੀ ਸਿੱਕਰੀ ਪਰਿਵਾਰ ਤੇ ਰਹਿਮਤ ਕਰਦੇ ਨੇ ਕਿ ਹਰ ਸਾਲ ਇਹ ਸਤਸੰਗ ਸਮਾਗਮ ਆਯੋਜਿਤ ਹੁੰਦੇ ਹਨ। ਬਹੁਤ ਹੀ ਪਿਆਰਾ ਕੀਰਤਨੀ ਜਥਾ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ, ਜਿੰਨੇ ਪਿਆਰ ਦੇ ਵਿੱਚ ਰੰਗ ਵਿੱਚ ਕੀਰਤਨ ਕਰ ਰਹੇ ਸਨ, ਓਨੇ ਹੀ ਪਿਆਰ ਦੇ ਵਿੱਚ ਸ਼ਰਧਾ ਨਾਲ ਤੁਸੀਂ ਸਾਰੀਆਂ ਸੰਗਤਾਂ ਸ਼ਰਵਣ ਕਰ ਰਹੀਆਂ ਸਨ। ਸੱਚਮੁੱਚ ਤਹਾਂ ਬੈਕੁੰਠ ਜਹਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਪਰਿਵਾਰ ਨੇ ਮੇਰੀ ਇਸ ਕਰਕੇ ਇਹ ਜ਼ਿੰਮੇਵਾਰੀ ਲਾ ਦਿੱਤੀ ਕਿ ਦੋ ਸ਼ਬਦ ਗੁਰਮਤ ਵਿਚਾਰ ਤੁਹਾਡੇ ਨਾਲ ਸਾਂਝੇ ਕਰਕੇ ਤੇ ਤੁਹਾਡੇ ਨਾਲ ਧੰਨਵਾਦ ਦੇ ਸ਼ਬਦ ਸਾਂਝੇ ਕੀਤੇ ਜਾਣ। ਭਾਈ ਸਾਹਿਬ ਜਦੋਂ ਕੀਰਤਨ ਕਰ ਰਹੇ ਸਨ, ਤੁਸੀਂ ਸਾਰੇ ਗੁਣੀ ਗਿਆਨੀ ਬੈਠੇ ਹੋ। ਭਾਈ ਸਾਹਿਬ ਜੀ ਪ੍ਰਸ਼ਾਦ ਵਰਤਾਉਣ ਲੱਗੇ ਆ, ਠੀਕ ਹੈ। ਸਤਸੰਗੀ ਜਨ ਬੈਠੇ ਹੋ ਤੇ ਮੈਨੂੰ ਇੱਕ ਉਹ ਘਟਨਾ ਯਾਦ ਆ ਰਹੀ ਸੀ ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਸਨ। ਇੱਕ ਕੌਮ ਦੇ ਬੜੇ ਮਹਾਦਾਨੀ ਸਰਦਾਰ ਬਹਾਦਰ ਧਰਮ ਸਿੰਘ ਜੀ ਹੋਏ। ਜਦੋਂ ਦਿੱਲੀ ਰਾਜਧਾਨੀ ਐਲਾਨੀ ਗਈ, ਰਾਜਧਾਨੀ ਦਾ ਰੁਤਬਾ ਦਿੱਤਾ ਗਿਆ, ਉਸ ਵੇਲੇ ਉਹ ਦਿੱਲੀ ਚਲੇ ਗਏ ਤੇ ਉੱਥੇ ਉਹਨਾਂ ਨੂੰ ਠੇਕੇਦਾਰੀ ਦਾ ਕੰਮ ਮਿਲਿਆ। ਇਹ ਜਿਹੜੀ ਆਪਾਂ ਦਿੱਲੀ ਪਾਰਲੀਮੈਂਟ ਦੇਖਦੇ ਹਾਂ, ਲਾਲ ਕਿਲ੍ਹਾ ਦੇਖਦੇ ਹਾਂ, ਰਾਸ਼ਟਰਪਤੀ ਭਵਨ ਦੇਖਦੇ ਹਾਂ, ਇਹ ਸਾਰੀ ਠੇਕੇਦਾਰੀ ਦਾ ਕੰਮ, ਸਾਰਾ ਮਟੀਰੀਅਲ ਉਹਨਾਂ ਦੇ ਹੱਥੀਂ, ਉਹਨਾਂ ਦੀ ਅੱਖੀਂ ਸਭ ਕੁਝ ਲੱਗਿਆ। ਤੇ ਸੰਤ ਅਤਰ ਸਿੰਘ ਜੀ ਤੇ ਭਾਈ ਹੀਰਾ ਸਿੰਘ ਜੀ ਰਾਗੀ ਇਹਨਾਂ ਦੇ ਕੀਰਤਨ ਦੇ ਬਹੁਤ ਆਸ਼ਿਕ ਸਨ। ਸਰਦਾਰ ਬਹਾਦਰ ਧਰਮ ਸਿੰਘ ਜੀ ਤੇ ਧਰਮ ਸਿੰਘ ਜੀ ਹੋਣਾ ਨੇ ਜਦੋਂ ਅੰਦਰ ਨਾ ਕੀਰਤਨ ਦੀ ਭੁੱਖ ਫੁੱਟਣੀ ਤੇ ਗਿਆਨੀ ਹੀਰਾ ਸਿੰਘ ਜੀ ਨੂੰ, ਭਾਈ ਹੀਰਾ ਸਿੰਘ ਜੀ ਨੂੰ ਬੇਨਤੀ ਕਰਨੀ ਵੀ ਦਿੱਲੀ ਆ ਜਾਓ। ਭਾਈ ਹੀਰਾ ਸਿੰਘ ਜੀ ਨੇ ਦਿੱਲੀ ਚਲੇ ਜਾਣਾ। ਇੱਕ ਮੌਕਾ ਐਸਾ ਬਣਿਆ, ਆਗਰੇ ਚਲੇ ਗਏ, ਗਵਾਲੀਅਰ ਚਲੇ ਗਏ। ਉੱਥੇ ਭਾਈ ਹੀਰਾ ਸਿੰਘ ਜੀ ਨੇ ਕੀਰਤਨ ਕੀਤਾ। ਮੈਂ ਗੱਲ ਨੂੰ ਲੰਬਿਆ ਨਹੀਂ ਲੈ ਕੇ ਜਾਣਾ। ਭਾਈ ਹੀਰਾ ਸਿੰਘ ਜੀ ਜਦੋਂ ਕੀਰਤਨ ਕਰਦੇ ਸਨ ਨਾ, ਉਹਨੇ ਦਰਬਾਰ ਸਾਹਿਬ ਕੀਰਤਨ ਕੀਤਾ। ਜਦੋਂ ਕੀਰਤਨ ਕਰਦੇ ਸਨ, ਨਾ ਸਪੀਕਰ ਹੁੰਦੇ ਸਨ ਤੇ ਨਾ ਆਵਾਜ਼ ਨੂੰ ਦੂਰ ਤੱਕ ਲੈ ਜਾਣ ਦੇ ਕੋਈ ਹੋਰ ਪ੍ਰਬੰਧ। ਜਦੋਂ ਕੀਰਤਨ ਕਰਦੇ ਸਨ ਤੇ ਜਿਹਦੀ ਕੰਨ ਦੇ ਵਿੱਚ ਆਵਾਜ਼ ਪੈ ਜਾਂਦੀ ਸੀ ਨਾ, ਉਹਦੀ ਟਰਾਂਸਫਾਰਮੇਸ਼ਨ ਹੋ ਜਾਂਦੀ ਸੀ। ਲਿਖਤਾਂ ਇਹ ਲਿਖਦੀਆਂ ਕਿ ਜਿਹੜੀਆਂ ਮੁਸਲਮਾਨ ਬੀਬੀਆਂ ਹੁੰਦੀਆਂ ਸਨ ਨਾ, ਉਹ ਇਸ ਗੱਲ ਦਾ ਧਿਆਨ ਰੱਖਦੀਆਂ ਸਨ ਵੀ ਜੇ ਭਾਈ ਹੀਰਾ ਸਿੰਘ ਨੇ ਕੀਰਤਨ ਕੀਤਾ ਨਾ, ਸਾਡਾ ਬੱਚਾ ਕਿਤੇ ਨੇੜੇ ਨਾ ਚਲਿਆ ਜਾਏ। ਜੇ ਸਾਡਾ ਬੱਚਾ ਨੇੜੇ ਚਲਿਆ ਗਿਆ ਨਾ, ਉਹਦੇ ਕੰਨ ਵਿੱਚ ਆਵਾਜ਼ ਪੈ ਗਈ, ਇਹਨੇ ਸਿੱਖ ਬਣ ਜਾਣਾ। ਐਸੇ ਕੀਰਤਨੀਆਂ ਗਵਾਲੀਅਰ ਭਾਈ ਧਰਮ ਸਿੰਘ ਜੀ ਲੈ ਗਏ, ਕੀਰਤਨ ਕੀਤਾ ਤੇ ਕੀਰਤਨ ਸੁਣਦਿਆਂ ਸੁਣਦਿਆਂ ਉੱਥੇ ਇੱਕ ਰੂਹ ਪਹੁੰਚੀ ਹੈ। ਉਹਦਾ ਨਾਂ ਹੈ ਜੀ ਹਾਜੀ ਮੁਹੰਮਦ ਮਸਕੀਨ। ਇਹ ਮੁਸਲਮਾਨ ਰੂਹ ਹੈ, ਲਾਹੌਰ ਦੀ ਰਹਿਣ ਵਾਲੀ। ਇਹ ਮੁਸਲਮਾਨ ਫਕੀਰ ਲਾਹੌਰ ਦਾ ਰਹਿਣ ਵਾਲਾ, ਤੇ ਇਹਨੇ ਆਪਣੀ ਅੱਧੀ ਜ਼ਿੰਦਗੀ ਜਿਹੜੀ ਹੈ ਉਹ ਲਗਭਗ ਮੱਕੇ ਤੇ ਮਦੀਨੇ ਦੇ ਵਿੱਚ ਬਤੀਤ ਕੀਤੀ ਹੈ। ਉੱਥੇ ਬਤੀਤ ਕਰਦਿਆਂ ਕਰਦਿਆਂ ਰੱਬ ਦੇ ਨਾਲ ਇੰਨਾ ਪਿਆਰ ਕਿ ਮੈਂ ਇੱਕ ਛਤਰ ਬਣਾਉਣਾ ਹੈ
ਇੱਕ ਚੌਰ ਬਣਾਉਣਾ ਹੈ ਤੇ ਇਹ ਚੌਰ ਮੈਂ ਉਹਦੇ ਤੇ ਚਲਾਉਣਾ ਹੈ ਜਿਹੜਾ ਰੱਬ ਦੀ ਦਰਗਾਹ ਤੇ ਪ੍ਰਵਾਨ ਹੋਇਆ ਹੋਵੇ। ਉਸ ਸਾਈਂ ਨੇ ਇੱਕ ਚੌਰ ਬਣਾਇਆ, ਲਗਭਗ 14 ਸੇਰ ਤੇ 9 ਮਣ ਦੇ ਚੰਦਨ ਵਿੱਚੋਂ 1,45,000 ਉਹਦੇ ਵਾਲ, ਉਹਦੀਆਂ ਤਾਰਾਂ, ਜਿਹੜਾ ਚੌਰ ਬਣਾਇਆ ਤੇ ਬਣਾ ਕੇ ਸਾਂਭ ਕੇ ਆਪਣੇ ਕੋਲ ਘੁੰਮਦਾ ਰਿਹਾ ਕਿ ਮੈਂ ਚੌਰ ਕਿੱਥੇ ਦੇਣਾ ਤੇ ਕਿਹਦੇ ਤੇ ਚਲਾਉਣਾ। ਤੇ ਅੱਜ ਜਿਸ ਦਿਨ ਇਹਨੇ ਭਾਈ ਹੀਰਾ ਸਿੰਘ ਜੀ ਕੋਲੋਂ ਕੀਰਤਨ ਸੁਣਿਆ ਨਾ, ਭਾਈ ਹੀਰਾ ਸਿੰਘ ਜੀ ਨੂੰ ਕਹਿੰਦਾ ਮੈਨੂੰ ਲੈ ਚਲੋ ਜਿੱਥੇ ਜਿਹਦਾ ਇਹ ਕੀਰਤਨ ਹੈ। ਤੇ ਭਾਈ ਹੀਰਾ ਸਿੰਘ ਜੀ ਉਹਨਾਂ ਨੂੰ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆ ਗਏ ਤੇ ਆ ਕੇ ਉਹਨੇ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਉਹ ਚੌਰ ਭੇਟਾ ਕੀਤਾ ਕਿ ਇਸ ਤੋਂ ਇਲਾਵਾ ਹੁਣ ਕੋਈ ਥਾਂ ਨਹੀਂ ਕਿ ਮੈਂ ਇਸ ਚੌਰ ਨੂੰ ਕਿੱਥੇ ਭੇਟਾ ਕਰਾਂ। ਇਹ ਕੀਰਤਨ ਭਲੋ ਭਲੋ ਰੇ ਕੀਰਤਨੀਆਂ, ਜਿੰਨੇ ਪਿਆਰ ਵਿੱਚ ਤੁਸੀਂ ਬੈਠੇ ਹੋ ਨਾ, ਇਹ ਕੋਈ ਮੂੰਹ ਤੇ ਸਿਫਤ ਜਾਂ ਸਲਾਹ ਨਹੀਂ। ਅਸੀਂ ਤੇ ਜਦੋਂ ਫੰਕਸ਼ਨਾਂ 'ਚ ਜਾਣਾ, ਸਾਡਾ ਮਕਸਦ ਤੇ ਕੇਵਲ ਥੱਲੇ ਲੱਗੇ ਹੋਏ ਸਟਾਲਾਂ ਤੱਕ ਸੀਮਤ ਹੁੰਦਾ ਹੈ। ਜਿੱਥੇ ਵਿਆਹ ਕਰਨ ਜਾਣਾ, ਜਿਹੜੇ ਸਿਆਣੇ ਕਹਿੰਦੇ ਨੇ, ਕਾਨੂੰਨ ਕਹਿੰਦਾ ਹੈ ਕਿ 11 ਤੋਂ ਵੱਧ 21 ਤੋਂ ਵੱਧ ਬਰਾਤ ਨਾ ਜਾਓ। ਅਸੀਂ ਉਸ ਗੱਲ ਤੇ ਬਹੁਤ ਪਹਿਰਾ ਦੇ ਰਹੇ ਹਾਂ ਵੀ 11 ਦੀ ਥਾਂ ਵੀ 5 ਹੀ ਜਾਂਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਨਾ 11 ਜਾਂਦੇ ਨਾ 21 ਜਾਂਦੇ, ਪਰ ਥੱਲੇ 1100 ਵੀ ਆਏ ਹੋਣੇ, 2100 ਵੀ, ਉਹ ਇਹਨੇ ਪੈਲਸ ਦੇ ਅੰਦਰ ਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਹੀਂ ਪਹੁੰਚਦੇ। ਤੁਸੀਂ ਇਸ ਕਰਕੇ ਵੱਡਿਆਂ ਭਾਗਾ ਤੁਹਾਡੀ ਸਿਫਤ ਕਰਨ ਨੂੰ ਦਿਲ ਕਰਦਾ ਹੈ ਕਿ ਤੁਸੀਂ ਬਾਣੀ ਨੂੰ ਸੁਣਿਆ ਬੈਠ ਕੇ। ਪ੍ਰਬੰਧਕਾਂ ਨੇ, ਪਰਿਵਾਰ ਨੇ ਇਹ ਨਹੀਂ ਕੀਤਾ ਕਿ ਇੱਥੇ ਬੜੇ ਆਕਰਸ਼ਕ ਸਟਾਲ ਲੱਗੇ ਹੋਣ, ਚਟਪਟੇ ਖਾਣ ਨੂੰ ਪਦਾਰਥ ਲੱਗੇ ਹੋਣ, ਜਿਹੜੇ ਬਾਅਦ 'ਚ ਸਾਨੂੰ ਕਈ ਸਾਰੀਆਂ ਬਿਮਾਰੀਆਂ ਪਰੋਸ ਜਾਣ। ਬਸ ਅਸੀਂ ਉੱਥੇ ਤੁਰੇ ਫਿਰੀਏ ਕਹੀਏ ਜੀ ਸਰਦਾਰ ਅਵਤਾਰ ਸਿੰਘ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ। ਨਹੀਂ ਨਹੀਂ, ਉਹਨੇ ਪ੍ਰਬੰਧ ਕੀਤਾ ਅੱਜ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਗੁਰਪੁਰਬ, ਤੇ ਉਮੀਦ ਹੈ ਵੀ ਕਿਸੇ ਕਿਸੇ ਦੀ ਜ਼ਿੰਦਗੀ ਵਿੱਚ 600 ਸਾਲਾ ਆਏਗਾ, ਨਹੀਂ ਤੇ ਬਹੁਤ ਘੱਟ ਉਮੀਦ ਹੈ ਕਿ ਸਾਰਿਆਂ ਨੂੰ ਇਹ 600 ਸਾਲਾ, ਇਹ ਵੱਡੇ ਭਾਗ ਨੇ ਸਾਡੇ ਜੀਵਨ ਦੇ ਵਿੱਚ 550 ਸਾਲਾ ਆ ਰਿਹਾ। ਬਸ ਲੋੜ ਇਸੇ ਦੀ ਹੈ। ਗਾਇਨ ਕਰ ਰਹੇ ਸਨ, ਅਦ੍ਰਿਸ਼ਟ ਅਗੋਚਰ, ਨਾ ਦਿਸਦਾ ਹੈ ਨਾ ਪਕੜਿਆ ਜਾਂਦਾ, ਪਰ ਪਕੜਨ ਵਾਲਿਆਂ ਨੇ ਪਕੜ ਲਿਆ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਗੁਰ ਸ਼ਬਦ ਦੇ ਨਾਲ, ਬਸ ਇਹ ਹੀ ਰੱਬ ਹੈ, ਇਹ ਰੱਬ ਹੈ ਗੁਰ ਸ਼ਬਦ। ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ। ਵਿਚਾਰ ਨੂੰ ਬਹੁਤਾ ਅੱਗੇ ਨਾ ਲਿਜਾਵਾਂ, ਇਹ ਜਿਹੜਾ ਬੈਠੇ ਆ ਨਾ, ਇਹਦਾ ਲਾਭ ਕੀ ਹੈ। ਕਬੀਰ ਸਾਹਿਬ ਕਹਿੰਦੇ ਵੀ ਲੋਕੀ ਕਹਿੰਦੇ ਵਿਗੜ ਗਿਆ, ਏਦਾਂ ਹੁੰਦੀ ਹੈ। ਜਿਵੇਂ ਆਪਾਂ ਬੈਠੇ ਆ ਨਾ, ਅਸੀਂ ਇੱਥੋਂ ਵਿਗੜ ਕੇ ਜਾਣਾ, ਵਿਗੜ ਕੇ। ਇਸ ਕਹਿੰਦਾ ਭਾਈ ਸਾਹਿਬ ਇਹ ਕੀ ਗੱਲ ਕੀਤੀ ਆ, ਤੇ ਗੁਰਬਾਣੀ ਇਹਦਾ ਸਬੂਤ ਦਿੰਦੀ ਹੈ ਵੀ ਜਿਹੜੇ ਇੱਥੇ ਜਿੰਨੇ ਬੈਠੇ ਆ ਨਾ, ਇਹਨਾਂ ਨੇ ਵਿਗੜ ਕੇ ਚੱਲ ਜਾਣਾ। ਜਿੱਦਾਂ ਮੁਸਲਮਾਨ ਬੀਬੀਆਂ ਡਰਦੀਆਂ ਸੀ ਵੀ ਭਾਈ ਹੀਰਾ ਸਿੰਘ ਨੇ ਕੀਰਤਨ ਕੀਤਾ ਤੇ ਸਾਡਾ ਬੱਚਾ ਵਿਗੜ ਜਾਣਾ, ਇਹਨੇ ਤਾਂ ਸਿੱਖ ਬਣ ਜਾਣਾ, ਇਹਨੇ ਮੁਸਲਮਾਨ ਨਹੀਂ ਰਹਿਣਾ। ਤੁਸੀਂ ਕਹੋਗੇ ਜੀ ਕਿਵੇਂ? ਭਗਤ ਕਬੀਰ ਜੀ ਕਹਿਣ ਲੱਗੇ ਰਾਗ ਭੈਰੋਂ ਦੇ ਅੰਦਰ, ਕਹਿੰਦੇ ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਭਰੀ। ਸੱਚਮੁੱਚ ਜਿਹੜਾ ਸੰਗਤ ਵਿੱਚ ਆਉਂਦਾ ਉਹ ਵਿਗੜ ਜਾਂਦਾ। ਵਿਗੜ ਜਾਂਦਾ ਦਾ ਭਾਵ ਕੀ? ਖਰਾਬ ਨਹੀਂ ਹੋ ਜਾਂਦਾ, ਅਪੱਧਰੀ ਅਪਰਾਧੀ ਨਹੀਂ ਹੋ ਜਾਂਦਾ, ਉਹਦੀ ਟ੍ਰਾਂਸਫਾਰਮੇਸ਼ਨ ਹੋ ਜਾਂਦੀ ਹੈ, ਉਹ ਚੇਂਜ ਹੋ ਜਾਂਦਾ ਹੈ, ਉਹ ਬਦਲ ਜਾਂਦਾ ਹੈ। ਵੀ ਇੱਕ ਪਾਣੀ ਤੁਰਿਆ ਸਾਡੀਆਂ ਗਲੀਆਂ ਨਾਲੀਆਂ ਚੋਂ, ਕੂੜੇ ਕਰਕਟ ਨਾਲ ਭਰਿਆ ਪਿਆ ਸੀ, ਜਾ ਕਿੱਥੇ ਪਿਆ? ਗੰਗਾ 'ਚ ਜਾ ਪਿਆ। ਹੁਣ ਪੁੱਛੇ ਵੀ ਤੂੰ ਤੇ ਕੂੜੇ ਕਰਕਟ ਵਿੱਚ ਤੁਰਿਆ ਫਿਰਦਾ ਸੀ, ਖਤਮ, ਨਿਰਮਲ ਹੋ ਗਿਆ। ਗੰਗਾ ਕੈ ਸੰਗ ਸਲਤਾ, ਸਲਤਾ ਕਹਿੰਦੇ ਨਦੀ ਨੂੰ, ਨਦੀ ਨੇ ਆਪਣਾ ਰੂਪ ਹੀ ਬਦਲ ਲਿਆ। ਤੇ ਹੁਣ ਕੀ ਹੋਇਆ? ਸੋ ਸਲਤਾ ਗੰਗਾ ਹੋਏ ਨਿਭਰੀ, ਉਹ ਨਦੀ ਹੁਣ ਨਦੀ ਨਾ ਰਹੀ, ਉਹ ਗੰਗਾ ਬਣ ਗਈ। ਇੱਕ ਉਦਾਹਰਣ ਹੋਰ ਕਬੀਰ ਸਾਹਿਬ ਨੇ ਦਿੱਤੀ, ਕਹਿੰਦੇ ਚੰਦਨ ਕੈ ਸੰਗ ਤਰਵਰ ਵਿਗਰਿਓ, ਸੋ ਤਰਵਰ ਚੰਦਨ ਹੋਏ ਨਿਭਰਿਓ।
ਜਿਹੜਾ ਵੀ ਤਰਵਰ, ਜਿਹੜਾ ਬ੍ਰਿਖ ਨਾ ਚੰਦਨ ਦੇ ਨੇੜੇ ਚਲਾ ਗਿਆ, ਉਹਦੇ ਵਿੱਚ ਫਿਰ ਚੰਦਨ ਦੀ ਸੁਗੰਧੀ ਪ੍ਰਵੇਸ਼ ਕਰ ਗਈ। ਇਸੇ ਤਰ੍ਹਾਂ ਹੀ ਇੱਕ ਉਦਾਹਰਣ ਉਹਨਾਂ ਨੇ ਹੋਰ ਦਿੱਤੀ, ਕਹਿੰਦੇ ਪਾਰਸ ਕੈ ਸੰਗ ਤਾਂਬਾ ਬਿਗੜਿਓ। ਪਾਰਸ ਕੋਲ ਲੋਹਾ ਲੈ ਜਾਓ, ਤਾਂਬਾ ਲੈ ਜਾਓ, ਉਹਨੇ ਲੋਹਾ ਵੀ ਨਹੀਂ ਰਹਿਣਾ ਤੇ ਉਹਨੇ ਤਾਂਬਾ ਵੀ ਨਹੀਂ ਰਹਿਣਾ। ਪਾਰਸ ਕੈ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਹੋਏ ਕੰਚਨ ਹੋਏ ਨਿਬਰਿਓ। ਉਸ ਤਾਂਬੇ ਨੇ ਕੰਚਨ ਬਣ ਜਾਣਾ। ਸੋ ਇਹ ਜਿਹੜੇ ਸਤਸੰਗ ਸਮਾਗਮ ਹੁੰਦੇ ਨੇ ਨਾ, ਸੱਚਮੁੱਚ ਕਬੀਰ ਸਾਹਿਬ ਕਹਿੰਦੇ ਮੈਂ ਵੀ ਵਿਗੜ ਗਿਆ, ਕਹਿੰਦੇ ਮੈਂ ਵੀ ਵਿਗੜ ਗਿਆ। ਕਹੇ ਕਬੀਰ ਸੰਤਨ ਸੰਗ ਨਿਬਰਿਆ, ਕਹਿੰਦੇ ਮੈਂ ਵੀ ਵਿਗੜ ਗਿਆ। ਵਿਗੜਿਓ ਕਬੀਰਾ ਰਾਮ ਦੁਹਾਈ, ਸੱਚ ਕਹੋ ਅਨ ਕਤੇ ਨਾ ਜਾਈ। ਕਹਿੰਦੇ ਮੈਂ ਹੁਣ ਐਸਾ ਵਿਗੜ ਗਿਆ, ਮੈਂ ਹੁਣ ਕਿਤੇ ਨਹੀਂ ਜਾਂਦਾ, ਮੈਂ ਟਿਕ ਗਿਆ। ਮੇਰੇ ਅੰਦਰ ਐਸਾ ਬਦਲਾਅ ਆ ਗਿਆ, ਐਸੀ ਟਰਾਂਸਫਾਰਮੇਸ਼ਨ ਹੋ ਗਈ। ਹੁਣ ਮੈਂ ਨਹੀਂ ਭਟਕਦਾ ਵੀ ਇੱਥੇ ਸੁਖਣਾ ਸੁੱਖਾਂ, ਉੱਥੇ ਮੱਥਾ ਟੇਕਾਂ, ਇੱਥੇ ਬਾਬੇ ਨਾਲ ਸ਼ਰਤਾਂ ਲਾਵਾਂ, ਆਹ ਦੇਂਗਾ ਤਾਂ ਆਹ ਲੈ ਕੇ ਆਵਾਂਗਾ। ਨਹੀਂ ਨਹੀਂ, ਕਹਿੰਦਾ ਟਿਕ ਗਿਆ। ਗੁਰਾ ਕੀ ਹੋਇਆ? ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ। ਇਹ ਸਭ ਦਾ ਇੱਕੋ ਹੀ ਦਾਤਾ, ਸਭ ਨੂੰ ਦੇਣ ਦਾ ਹੈ। ਬਸ ਇੱਕੋ ਹੀ ਸਿਧਾਂਤ ਹੈ ਕਿ ਜਿਹੜੀ ਵੇਲ ਹੈ ਨਾ, ਵੇਲ ਰੁੱਖ ਦੇ ਕੰਢੇ ਬੀਜਿਆ ਹੋਇਆ ਬੀਜ, ਉਹ ਵੇਲ ਬਣ ਕੇ ਜਦੋਂ ਰੁੱਖ ਤੇ ਚੜ੍ਹਦਾ, ਜਿੰਨਾ ਰੁੱਖ ਉੱਚਾ ਓਨੀ ਵੇਲ ਉੱਚੀ ਚੱਲ ਜਾਏ। ਖੂਹ ਹੈ ਨਾ, ਖੂਹ ਦੀ ਮੌਣ ਦੇ ਕੋਲ ਬੀਜ ਜੰਮ ਪਵੇ ਤੇ ਉਸ ਵੇਲ ਨੇ ਮੌਣ ਦੇ ਉੱਤੇ ਚੜ੍ਹ ਕੇ ਖੂਹ ਦੇ ਹੇਠਾਂ ਵੱਲ ਨੂੰ ਮੂੰਹ ਕਰ ਲਿਆ, ਜਿੰਨਾ ਡੂੰਘਾ ਖੂਹ ਉਹਨੇ ਉੱਥੇ ਤੱਕ ਚਲੇ ਜਾਣਾ। ਬਸ ਇਸੇ ਤਰ੍ਹਾਂ ਜਿਹੜਾ ਸਤਸੰਗ ਵਿੱਚ ਆ ਗਿਆ ਨਾ, ਸਤਸੰਗ ਦੇ ਵਿੱਚ ਜਿੰਨਾ ਉੱਚਾ ਗਿਆਨ ਮਿਲ ਗਿਆ, ਜਿੰਨਾ ਉੱਚਾ ਗੁਰਸਿੱਖ ਮਿਲ ਗਿਆ, ਜਿੰਨਾ ਉੱਚਾ ਸਤਸੰਗੀ ਮਿਲ ਗਿਆ, ਬਸ ਉਨਾ ਹੀ ਇਸ ਜੀਵਨ ਨੇ ਉੱਚਾ ਚਲ ਜਾਣਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸਟ ਹਰਿਆ। ਪਰਿਵਾਰ ਨੂੰ ਸਤਿਗੁਰੂ ਹਰ ਸਾਲ ਇਹ ਭਲਾ ਉਦਮ ਬਖਸ਼ਿਸ਼ ਕਰਦੇ ਹਨ। ਅਰਦਾਸ ਹੈ ਸਤਿਗੁਰੂ ਇਸੇ ਤਰ੍ਹਾਂ ਬਲ, ਬੁੱਧ, ਪਿਆਰ, ਇਤਫਾਕ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਹ ਪਰਿਵਾਰ ਸਤਸੰਗ ਦੀਆਂ ਘੜੀਆਂ ਆਪ ਵੀ ਮਾਣੇ ਤੇ ਦੂਜਿਆਂ ਨੂੰ ਵੀ ਨਸੀਬ ਹੋਣ। ਕਿਉਂਕਿ ਇੱਕ ਗੱਲ ਦਾ ਖਿਆਲ ਕਰਿਓ, ਕਿਤੇ ਨਾ ਕਿਤੇ ਇਸ ਪਰਿਵਾਰ ਦਾ ਨਿੱਜ ਤੇ ਸਵਾਰਥ ਵੀ ਇਹਦੇ 'ਚ ਸ਼ਾਮਲ ਹੈ। ਤੁਸੀਂ ਕਹੋਗੇ ਜੀ ਇਹ ਕੀ ਕਹਿਣ ਲੱਗੇ ਆ, ਇਹਨਾਂ ਨੂੰ ਗਾਲੀ ਕੱਢਣ ਲੱਗੇ ਹੋ? ਨਹੀਂ, ਸਤਿਗੁਰੂ ਇੱਕ ਸਬੂਤ ਦਿੰਦੇ ਆ, ਸਤਿਗੁਰੂ ਸਬੂਤ ਦਿੰਦੇ ਆ। ਕਹਿੰਦੇ ਜਨ ਨਾਨਕ ਧੂੜ ਮੰਗਾ ਇਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਗੁਰੂ ਨਾਨਕ ਸਾਹਿਬ ਨਾ ਇਹੋ ਜਿਹੇ ਕਾਰਜ ਕਰਨ ਵਾਲਿਆਂ ਦੇ ਆ ਕੇ ਚਰਨਾਂ ਦੀ ਧੂੜ ਲੱਭਣ ਲੱਗ ਜਾਂਦਾ। ਇਹ ਸਵਾਰਥ ਹੈ, ਇਹ ਲਾਲਸਾ, ਇਹ ਲਾਲਚ ਹੈ। ਜਿਹੜਾ ਆਪ ਤਾਂ ਜਪਦਾ ਹੀ ਹੈ ਨਾ, ਪਰ ਜਦੋਂ ਦੂਜਿਆਂ ਨੂੰ ਵੀ ਜਪਾਉਂਦਾ ਹੈ ਤੇ ਸਤਿਗੁਰੂ ਬਹੁਤ ਖੁਸ਼ ਹੁੰਦੇ ਨੇ ਤੇ ਝੋਲੀਆਂ ਭਰ ਦਿੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦਿਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਕੋਈ ਮਨੁੱਖ ਯਤਨ ਕਰੇ ਆਪਣੇ ਜੀਵਨ ਦੇ ਅੰਦਰ ਕਿ ਮੈਂ ਜੀ 7 ਮੰਦਰ ਬਣਾਉਣੇ ਸੋਨੇ ਦੇ, ਆਪਣੀ ਜ਼ਿੰਦਗੀ ਦੇ ਅੰਦਰ ਬਣਾ ਲਵੇ, ਬਣਾ ਸਕਦਾ, ਸੰਭਵ ਹੈ। ਸਾਡੇ ਦੇਸ਼ ਅੰਦਰ ਬੜੇ ਰਾਜੇ ਨੇ, ਇਸ ਦੁਨੀਆ ਅੰਦਰ ਬੜੇ ਰਾਜੇ ਨੇ, ਪਤਾ ਵੀ ਨਹੀਂ ਕਿੱਥੇ ਕਿੱਥੇ ਮੰਦਰ ਬਣੇ ਪਏ ਨੇ, ਕਿੱਥੇ ਕਿੱਥੇ ਮਹੱਲ ਬਣੇ ਨੇ, ਕਿੱਥੇ ਕਿੱਥੇ ਜਾਇਦਾਦਾਂ ਨੇ, ਰਿਕਾਰਡ ਵੀ ਕੋਲ ਨਹੀਂ ਹੈ, ਬਣਾ ਸਕਦਾ। ਜੈਸੇ 7 ਮੰਦਰ ਕੰਚਨ ਕੇ ਉਸਾਰ ਦਿਨੇ, ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਕਹਿੰਦੇ ਜਿਵੇਂ ਕਿਸੇ ਨੇ 7 ਮੰਦਰ ਉਸਾਰ ਲਏ ਨਾ ਕੰਚਨ ਦੇ, ਤੇ ਗੁਰੂ ਕਾ ਸਿੱਖ ਜਦੋਂ ਇੱਕ ਨੂੰ ਇੱਕ ਸ਼ਬਦ ਸਿਖਾ ਦੇਵੇ, ਸ਼ਬਦ ਨਾਲ ਜੋੜਦਾ ਹੈ, ਉਹਨੂੰ ਇੰਨਾ ਫਲ ਮਿਲ ਜਾਂਦਾ। ਇੱਕ ਸ਼ਬਦ ਸਿਖਾਉਣਾ ਬਹੁਤ ਵੱਡਾ ਫਲ ਮਿਲਦਾ। ਇਸ ਕਰਕੇ ਮੈਂ ਕਿਹਾ ਪਰਿਵਾਰ ਦਾ ਕਿਤੇ ਨਾ ਕਿਤੇ ਨਿੱਜ ਤੇ ਸਵਾਰਥ ਵੀ ਸ਼ਾਮਲ ਹੈ। ਕਿ ਖਰੇ ਕਿੰਨੇ ਮੰਦਰ ਬਣ ਗਏ, ਜਿਹੜੇ ਮੰਦਰ ਅਦ੍ਰਿਸ਼ਟ ਨੇ ਤੇ ਅਗੋਚਰ ਨੇ।
ਸਤਿਗੁਰੂ ਕਿਰਪਾ ਕਰਨ। ਇੱਕ ਬੇਨਤੀ ਜ਼ਰੂਰ, ਸਤਿਗੁਰੂ ਨੇ ਕਿਰਪਾ ਕੀਤੀ, ਆਪਾਂ ਪੜ੍ਹੇ ਲਿਖੇ ਹਾਂ, ਗੁਰਮੁਖੀ ਜਾਣਦੇ ਹਾਂ। ਤੁਸੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਕਿਤੇ ਲੈ ਕੇ ਜਾਂਦੇ ਹਾਂ, ਸਿਰ ਤੇ ਚੁੱਕ ਲੈਂਦੇ ਹਾਂ। ਕਿਉਂ? ਕਿ ਇਸ ਤੋਂ ਵੱਡਾ ਹੋਰ ਕੋਈ ਸਤਿਕਾਰ ਦੇਣ ਵਾਲੀ ਕੋਈ ਹੋਰ ਸ਼ਕਤੀ ਹੈ ਨਹੀਂ ਜਿਹਨੂੰ ਸਤਿਕਾਰ ਦਿੱਤਾ ਜਾ ਸਕੇ। ਕਿੱਦਾਂ ਉਸ ਪਾਤਸ਼ਾਹ ਦਾ ਸਤਿਕਾਰ ਰਮਾਲੇ, ਕਿਵੇਂ ਚੌਰ ਝੁਲਦਾ ਹੈ, ਕਿਵੇਂ ਚੰਦੋਆ ਲੱਗਿਆ ਹੈ, ਕਿੰਨਾ ਸਤਿਕਾਰ। ਜਦੋਂ ਜਾਂਦੇ ਨੇ ਖੜ ਜਾਂਦੇ ਹੱਥ ਜੋੜ ਕੇ। ਗੁਰਮੁਖੀ ਹੈ, ਸੱਭਿਆਚਾਰ ਹੈ, ਗੁਰਮਤਿ ਹੈ, ਕਿੰਨਾ ਕੁਝ ਹੈ ਉਹ 'ਚ। ਤੇ ਜੇ ਕਿਤੇ ਆਪਣੇ ਜੀਵਨ 'ਚ ਆਪਾਂ ਪੜ੍ਹੇ ਲਿਖੇ ਹਾਂ, ਅਸੀਂ ਸਤਿਗੁਰਾਂ ਅੱਗੇ ਅਰਦਾਸ ਕਰੀਏ, ਸਤਿਗੁਰੂ ਜੀ 20 ਸਾਲ ਉਮਰ ਦੇ ਬੀਤ ਗਏ, 40 ਬੀਤ ਗਏ, 60 ਬੀਤ ਗਏ, ਇਹ ਸਾਡੇ ਜੀਵਨ 'ਚ ਕਿਉਂ ਨਹੀਂ ਘੜੀਆਂ ਆਈਆਂ ਵੀ ਤੁਹਾਡੇ ਧੁਰ ਦਰਗਾਹ ਤੋਂ ਇਹ ਬਾਣੀ ਆਈ। ਅਸੀਂ ਤੇ ਕਦੀ ਉੱਥੇ ਤਾਬਿਆਂ ਵਿੱਚ ਬੈਠ ਕੇ ਇੱਕ ਓਂਕਾਰ ਸਤਨਾਮ ਕਦੀ ਪੜ੍ਹਿਆ ਹੀ ਨਹੀਂ ਉੱਤੇ ਬੈਠ ਕੇ। ਇਹਨਾਂ ਅੱਖਾਂ ਨਾਲ ਦੇਖ ਨਹੀਂ ਸਕੇ, ਕੀ ਕਸੂਰ ਸਾਡਾ? ਤੁਸੀਂ ਤਾਂ ਫਰੀਡਮ ਦਿੱਤੀ ਹੈ ਸਾਨੂੰ, ਕਦੀ ਫਰੀਡਮ ਨਹੀਂ ਵੀ ਹੁੰਦੀ ਸੀ। ਭਾਈ ਸੰਤ ਸਿੰਘ ਜੀ ਨੇ ਸ੍ਰੀ ਤਾਰਨ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਖੜ ਕੇ ਬਾਣੀ ਪੜ੍ਹਨ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੀ ਖਾਲਸਾ ਪੰਥ ਨੂੰ ਬੇਨਤੀ ਕੀਤੀ। ਤੇ ਉਹ ਬੇਨਤੀ ਕਰਨ ਦੀ ਸਜ਼ਾ ਇਹ ਕਿ ਨਾਬਾਲਗ ਬੱਚਾ ਵੱਢ ਕੇ ਤਰਨ ਤਾਰਨ ਦੀਆਂ ਪ੍ਰਕਰਮਾਂ ਵਿੱਚ ਸੁੱਟਿਆ, ਤੇ ਨਾਬਾਲਗ ਬੱਚੀ ਜਿਹੜੀ ਹੈ ਉਹਨੂੰ ਬੇਪਤ ਕੀਤਾ ਤੇ ਮਾਰਿਆ। ਉਹਨੇ ਤਾਂ ਸਾਨੂੰ ਫਰੀਡਮ ਦੇਤੀ, ਆਪਣੇ ਬੱਚੇ ਬੱਚੀਆਂ ਵਾਰ ਕੇ, 4 ਸਾਹਿਬਜ਼ਾਦੇ ਵਾਰ ਕੇ, ਤੇ ਸਾਡੇ ਕੋਲ ਫਰੀਡਮ ਹੈ। ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤੁਹਾਡੇ ਸਿੰਘਾਂ ਨੇ ਗੋਲੀਆਂ ਖਾਧੀਆਂ ਨਨਕਾਣਾ ਸਾਹਿਬ, ਜੈਤੋ ਦਾ ਮੋਰਚਾ, ਕਿੰਨੇ ਮੋਰਚੇ ਲਾਏ ਕਿ ਅਸੀਂ ਤਾਂ ਬਾਣੀ ਪੜ੍ਹਨੀ, ਉਹ ਕਹਿੰਦੇ ਪੜ੍ਹ ਨਹੀਂ ਦੇਣੀ। ਤੇ ਤੁਸੀਂ ਹੁਣ ਸਾਨੂੰ ਇੰਨੀ ਫਰੀਡਮ ਦੇਤੀ, ਸਾਡੀ ਬੇਨਤੀ ਪ੍ਰਵਾਨ ਕਰੋ। ਇਹ 550 ਸਾਲਾਂ ਤੇ ਤੁਹਾਡੀ ਤਾਬਿਆ ਵਹਿ ਕੇ ਤੁਹਾਡਾ ਜਪਜੀ ਸਾਹਿਬ ਕਰਕੇ ਦੇਖੀਏ, ਇਹਨਾਂ ਅੱਖਾਂ ਨਾਲ ਪੜ੍ਹ ਕੇ ਦੇਖੀਏ, ਇਹਨਾਂ ਕੰਨਾਂ ਨਾਲ ਸੁਣ ਕੇ ਦੇਖੀਏ। ਇਹ ਸਤਿਗੁਰਾਂ ਅੱਗੇ ਅਰਦਾਸ ਕਰੀਏ ਵੀ ਉਮਰ ਤੇ ਬਤੀਤ ਹੋ ਚੱਲੀ, ਫਿਰ ਕਦੋਂ ਮੌਕਾ ਮਿਲੇਗਾ? ਹੁਣ ਤਾਂ ਫਿਰ ਅੱਗੇ ਨੂੰ ਸਫ਼ਰ ਤੈਅ ਹੋ ਰਿਹਾ। ਤੇ ਇਹਦੇ ਵਾਸਤੇ ਬੇਨਤੀ ਹੈ, ਕਿਸੇ ਦੇ ਮਨ ਦੇ ਅੰਦਰ ਇਹ ਸੋਚ ਬਹਿ ਜਾਏ, ਘਰ ਕਰ ਜਾਏ ਕਿ ਮੈਂ ਵੀ ਇੱਕ ਵਾਰੀ ਬਾਣੀ ਸਾਰੀ ਪੜ੍ਹ ਕੇ ਦੇਖਣੀ ਹੈ, ਮੈਂ ਵੀ ਇਸ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਆਪਣੇ ਗੁਰੂ ਨੂੰ ਕਿਤੇ ਨਾ ਕਿਤੇ ਸਥਾਨ ਦੇਣਾ ਹੈ। ਤੇ ਇੱਕ ਉਹਦਾ ਤਰੀਕਾ ਹੈ, ਬਿਲਕੁਲ ਫ੍ਰੀ ਦੇ ਵਿੱਚ ਸੈਂਚੀਆਂ ਮਿਲਣਗੀਆਂ। ਉਹ 4 ਸੈਂਚੀਆਂ ਨੇ, ਇੱਕ ਪਾਸੇ ਬਾਣੀ, ਦੂਜੇ ਪਾਸੇ ਬਾਣੀ ਦੇ ਔਖੇ ਸ਼ਬਦਾਂ ਦੇ ਅਰਥ ਲਿਖੇ ਹੋਏ ਨੇ। ਉਹ ਸੈਂਚੀਆਂ ਆਪਣੇ ਘਰ ਵਿੱਚ ਰੱਖ ਲਓ, ਜਿਹਨੂੰ ਚਾਹੀਦੀਆਂ ਫ੍ਰੀ ਦੇ ਵਿੱਚ ਉਹਦੇ ਘਰ ਪਹੁੰਚਣਗੀਆਂ, ਕੋਈ ਪੈਸਾ ਨਹੀਂ। ਘਰ ਦੇ ਵਿੱਚ ਸਿਰਫ ਤੁਸੀਂ ਉੱਚੀ ਥਾਂ ਤੇ ਉਹਨਾਂ ਨੂੰ ਰੱਖ ਲੈਣਾ, ਸਤਿਕਾਰ ਸਹਿਤ ਰੱਖ ਲੈਣਾ। 50 ਚਾਹੀਦੀਆਂ, 100 ਚਾਹੀਦੀਆਂ, 500 ਚਾਹੀਦੀਆਂ, ਜਿੰਨੀਆਂ ਮਰਜ਼ੀ। ਤੇ ਹਰ ਰੋਜ਼ ਇੱਕ ਆਪਾਂ ਟੀਵੀ ਦਾ ਸੀਰੀਅਲ ਤੇ ਕੁਝ ਖਬਰਾਂ ਆ ਪਾਕਿਸਤਾਨ ਤੇ ਭਾਰਤ ਵੀ ਚੱਕ ਦਿਆਂਗੇ, ਮਾਰਤਾ, ਲੁੱਟ ਦਿਆਂਗੇ, ਆਹ ਹੋ ਗਿਆ, ਉਹ ਹੋ ਗਿਆ, ਇਹ ਕੁਝ ਆਪਾਂ ਟਾਈਮ ਛੱਡ ਦੇਣਾ। ਬੋਲਣ ਦਿਓ ਇਹਨਾਂ ਨੂੰ, ਅੱਗ ਲਾਉਣ ਦਿਓ ਜਿਹੜੇ ਅੱਗ ਲਾਉਂਦੇ ਆ। ਆਪਾਂ ਅੱਗ ਬੁਝਾਉਣ ਪਾਸੇ ਤੁਰੀਏ, ਆਪਾਂ ਅੱਗ ਬੁਝਾਉਣ ਪਾਸੇ ਤੁਰੀਏ ਕਿ ਸਭ ਸੁਖਾਲੀ ਬੁੱਠੀਆਂ ਇਹ ਹੋਆ ਹਦੇਮੀ ਰਾਜ ਜੀਓ। ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਅਸੀਂ ਅਰਦਾਸ ਕਰਦੇ ਹਾਂ ਪੂਰੇ ਜਗਤ ਦੇ ਉੱਤੇ ਠੰਡ ਵਰਤਾਓ, ਸ਼ਾਂਤੀ ਵਰਤਾਓ, ਐਸੀ ਵਰਤਾਓ ਕਿ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ, ਅਸੀਂ ਪੰਜਾ ਸਾਹਿਬ ਦੇ, ਅਸੀਂ ਨਨਕਾਣਾ ਸਾਹਿਬ ਅਸਥਾਨ ਦੇ, ਅਸੀਂ ਸਾਰੇ ਜਗਤ ਤੋਂ ਲੋਕ ਆ ਕੇ ਤੁਹਾਡੇ ਦਰਸ਼ਨ ਕਰ ਸਕੀਏ। ਇਹ ਅਰਦਾਸ ਕਰੀਏ। ਤੇ ਘਰ ਦੇ ਵਿੱਚ ਤੁਸੀਂ ਇੱਕ ਸੀਰੀਅਲ ਛੱਡ ਲੈਣਾ, ਕੁਝ ਖਬਰਾਂ ਛੱਡ ਦੇਣੀਆਂ, ਤੇ ਕੁਝ ਚੁਗਲੀ ਤੇ ਨਿੰਦਿਆ ਆਪਾਂ ਛੱਡ ਲੈਣੀਆਂ। ਤੇ ਰੋਜ਼ ਸਿਰਫ 5 ਮਿੰਟ, 7 ਮਿੰਟ, 10 ਮਿੰਟ ਕੱਢ ਕੇ ਆਪਾਂ 2, 4, 5 ਜਿਹੜੇ ਅੰਕ ਜਿਹੜੇ ਨਾ ਉਹ ਰੋਜ਼ ਪੜ੍ਹਨੇ ਆ। ਤੇ 1430 ਅੰਕ ਜਿਹੜੇ ਹੈਗੇ ਨੇ ਉਹ ਆਪਾਂ 1 ਸਾਲ ਦੇ ਵਿੱਚ ਕਰਨ ਦਾ ਯਤਨ ਕਰੀਏ। ਤੇ ਜੇ ਆਪਾਂ 10 ਵੀ ਰੋਜ਼ ਕਰ ਲਈਏ ਨਾ ਜੀ, 10 ਤੇ 1 ਮਹੀਨੇ 'ਚ ਕਿੰਨੇ ਹੋ ਗਏ? 300। ਇਹੀ ਹੈ ਨਾ ਵੀ ਸਮਾਂ ਹੈ ਨਹੀਂਗਾ। ਵਿਆਹਾਂ ਤੇ ਜਾਣ ਕੇ ਪੂਰਾ ਦਿਹਾੜੀ ਸਾਡੇ ਕੋਲ ਸਮਾਂ ਹੈ।
ਹਾਂਜੀ, ਜਾਗੋ ਕੱਢਣ ਤੇ, ਪੈਲਸ ਵਿੱਚ ਖਾਣ ਤੇ ਪੀਣ ਤੇ, ਨੱਚਣ ਗਾਉਣ ਤੇ, ਡੀਜੇ ਵਜਾਉਣ ਤੇ ਸਾਡੇ ਕੋਲ ਸਮਾਂ ਹੈਗਾ। ਪਰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਰੋਜ਼ 5 ਜਾਂ 10 ਅੰਗ ਪੜ੍ਹਨ ਦਾ ਸਮਾਂ ਨਹੀਂ। ਤੇ ਜੇ ਆਪਾਂ ਰੋਜ਼ 10 ਅੰਗ ਪੜ੍ਹ ਲਾਂਗੇ ਤੇ 300 ਅੰਗ ਪੜ੍ਹ ਲਿਆ ਆਪਾਂ 1 ਮਹੀਨੇ ਦਾ। ਹਾਂਜੀ, ਤੇ 3 ਮਹੀਨੇ 'ਚ 900 ਹੋ ਗਿਆ। ਹੁਣ ਤੁਹਾਡੀ ਮਰਜ਼ੀ ਹੈ ਕਿ ਤੁਸੀਂ 4 ਮਹੀਨੇ 'ਚ ਭੋਗ ਪਾ ਲਓ, ਠੀਕ ਹੈ। ਤੇ ਜੇ ਆਪਾਂ 30 ਅੰਗ ਕਰਨੇ ਹੋਣ ਨਾ ਜੀ, ਸਿਰਫ 1 ਘੰਟਾ ਲੱਗਦਾ, ਸਿਰਫ 1 ਘੰਟਾ। ਅੱਛਾ, ਇਹਨੂੰ ਪੜ੍ਹ ਕੌਣ ਸਕਦਾ? ਇਹਨੂੰ ਮੋਨਾ ਵੀ ਪੜ੍ਹੇ, ਦਾੜੀ ਕੱਟਣ ਵਾਲਾ ਵੀ ਪੜ੍ਹੇ, ਬੀਬੀ ਵੀ ਪੜ੍ਹੇ, ਬੱਚੀ ਵੀ ਪੜ੍ਹੇ, ਸ਼ਰਾਬ ਪੀਣ ਵਾਲਾ ਵੀ ਪੜ੍ਹੇ। ਤੁਸੀਂ ਕਹੋਗੇ ਭਾਈ ਸਾਹਿਬ ਸ਼ਰਾਬੀ ਕਿਉਂ ਹੈ? ਤੇ ਜੇ ਬਿਮਾਰ ਨੇ ਡਾਕਟਰ ਕੋਲ ਨਹੀਂ ਜਾਣਾ ਤੇ ਬਿਮਾਰ ਠੀਕ ਕਿਵੇਂ ਹੋਏਗਾ? ਇਹ ਬਾਣੀ ਡਾਕਟਰ ਹੈ, ਬਾਣੀ ਨੇ ਤਾਂ ਇਲਾਜ ਕਰਨਾ। ਹਾਂ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਾਬਿਆ ਸੰਗਤ 'ਚ ਬੈਠਣਾ, ਉਸ ਵੇਲੇ ਸਾਬਤ ਸੂਰਤ ਗੁਰਸਿੱਖ ਬੈਠੇ। ਲੇਕਿਨ ਘਰ ਦੇ ਅੰਦਰ ਤੁਸੀਂ ਜਿਹੜੀ ਬਾਣੀ ਹੈ, ਖੁਰਾਕ ਕੋਈ ਵੀ ਮਨੁੱਖ ਖਾ ਸਕਦਾ ਹੈ, ਇਹ ਕਿਸੇ ਤੇ ਪਾਬੰਦੀ ਨਹੀਂ। ਕੋਈ ਹਿੰਦੂ ਹੋਏ, ਮੁਸਲਮਾਨ ਹੋਏ, ਸਿੱਖ ਹੋਏ, ਈਸਾਈ ਹੋਏ, ਬੋਧੀ ਹੋਏ, ਜੈਨੀ ਹੋਏ, ਇਹ ਸਾਰਿਆਂ ਦੇ ਥਾਲ ਵਿੱਚ ਪਰੋਸਿਆ ਹੋਇਆ ਸਭ ਲਈ ਭੋਜਨ ਹੈ, ਸਭ ਛਕ ਸਕਦੇ ਆ। ਥਾਲ ਵਿੱਚ ਤਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਸੋ ਇੰਨੀਆਂ ਕੁ ਬੇਨਤੀਆਂ ਜਿਹੜੀਆਂ ਪ੍ਰਵਾਨ ਕਰੋ ਕਿ ਆਪਾਂ 550 ਸਾਲਾਂ ਤੇ ਆਪਣੇ ਸਾਰੇ ਘਰਾਂ ਦੇ ਅੰਦਰ ਜ਼ਰੂਰ ਸੈਂਚੀਆਂ ਮੰਗਵਾ ਲਈਏ। ਇੱਕ ਇੱਕ ਅੱਖਰ ਇੱਕ ਵਾਰੀ ਇਹਨਾਂ ਅੱਖਾਂ ਨਾਲ ਪੜ੍ਹ ਲਈਏ। ਮੌਕਾ ਮਿਲਿਆ, ਜਿਨ੍ਹਾਂ ਨੂੰ ਅੱਖਾਂ ਨਹੀਂ ਮਿਲੀਆਂ ਉਹ ਬੇਬਸ ਨੇ, ਕੰਨ ਨਹੀਂ ਮਿਲੇ ਬੇਬਸ ਨੇ। ਆਪਾਂ ਨੂੰ ਤੇ ਸਭ ਕੁਝ ਮਿਲਿਆ ਹੋਇਆ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਸੋ ਇੱਕ ਵਾਰੀ ਪਰਿਵਾਰ ਵੱਲੋਂ ਸਰਦਾਰ ਅਵਤਾਰ ਸਿੰਘ ਜੀ ਸੀਕਰੀ, ਸਾਰੇ ਵੀਰਾਂ ਵੱਲੋਂ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੰਗਤ ਦੇ ਵਿੱਚ ਬਹੁਤ ਤੁਸੀਂ ਗੁਣੀ ਗਿਆਨੀ, ਸਾਰੇ ਪਿਆਰ ਤੇ ਸਤਿਕਾਰਯੋਗ ਸਤਸੰਗੀ ਜਨ ਬੈਠੇ ਹੋ, ਬੜੇ ਪਿਆਰ ਨਾਲ ਤੁਸੀਂ ਹਾਜ਼ਰੀਆਂ ਭਰੀਆਂ। ਸੋ ਆਪ ਜੀ ਦਾ ਧੰਨਵਾਦ। ਸਤਿਗੁਰਾਂ ਅੱਗੇ ਅਰਦਾਸ ਹੈ ਕਿ ਇਸੇ ਤਰ੍ਹਾਂ ਸਤਸੰਗ ਸਜਦੇ ਰਹਿਣ। ਤੇ ਪਰਿਵਾਰ ਵੱਲੋਂ ਇਹ ਵੀ ਬੇਨਤੀ ਹੈ ਕਿ ਗੁਰੂ ਕੇ ਲੰਗਰਾਂ ਦੇ ਪ੍ਰਸ਼ਾਦ ਤਿਆਰ ਨੇ, ਸਾਰੀਆਂ ਸੰਗਤਾਂ ਨੂੰ ਛਕੇ ਜਾਣੇ। ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਕੀਰਤਨੀ ਜਥੇ ਦਾ ਧੰਨਵਾਦ। ਭਾਈ ਸਾਹਿਬ ਜੀ ਬੈਠੇ ਨੇ ਜਿਨ੍ਹਾਂ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ। ਪ੍ਰਸ਼ਾਦ ਦੀ ਸੇਵਾ ਕਰਨ ਲੱਗੇ ਸਾਰੇ ਵੀਰਾਂ ਦਾ, ਭੈਣਾਂ ਦਾ ਧੰਨਵਾਦ। ਫਤਿਹ ਬੁਲਾਈਏ ਜੀ। ਮੇਰੇ ਕੋਲੋਂ ਤੁਹਾਡੇ ਨਾਲ ਵਿਚਾਰ ਕਰਦਿਆਂ ਹੋ ਗਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।